ਹਰੇਕ ਮਿੱਟੀ ਦੀ ਖਾਲਸਤ मतलब ਉਹ ਕੁੱਟਿਆ ਨਹੀਂ ਪੁਰਦੀ ਤਾਂ ਹਰੇਕ ਮੱਥਾ ਪਾਟਿਆ ਝੁਕਦਾ ਨਹੀਂ ਹੁੰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਾਇਬ ਸਿੰਘ ਸਿੱਧੂ। ਜਿੱਥੇ ਕਿਸਾਨਾਂ ਵੱਲੋਂ ਆਪਣਾ ਜਿਹੜਾ ਸੰਘਰਸ਼ ਹੈ ਉਸ ਨੂੰ 9 ਮਹੀਨੇ ਹੋ ਗਏ ਅਤੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਗਏ ਅਤੇ ਹਰਿਆਣਾ ਸਰਕਾਰ ਨੇ ਵੀ ਜਿਹੜਾ ਆਪਣੀ ਕਸਰ ਨਹੀਂ ਛੱਡੀ ਇਹਨਾਂ ਤੇ ਤਸੱਦਦ ਕਰਨ ਦੀ। ਪਿਛਲੇ ਦਿਨੀ ਜਿਹੜਾ ਕਨਾਲ ਵਿਖੇ ਇਹਨਾਂ ਵੱਲੋਂ ਧਰਨਾ ਲਾਇਆ ਗਿਆ ਸੀ, ਉੱਥੇ ਵੀ ਲਾਠੀ ਚਾਰਜ ਕੀਤਾ ਗਿਆ ਅਤੇ ਕਈ ਜਿਹੜੇ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ, ਸਿਰ ਵੀ ਪਾੜੇ ਗਏ, ਇੱਕ ਕਿਸਾਨ ਦੇ ਜਿਹੜਾ ਸ਼ਹੀਦ ਵੀ ਹੋਇਆਗਾ। ਅਤੇ ਹੁਣ ਇਹਨਾਂ ਵੱਲੋਂ ਜਿਹੜਾ ਯੂਪੀ 'ਚ ਇੱਕ ਬਹੁਤ ਵੱਡਾ ਇਕੱਠ ਕੀਤਾ ਜਾ ਰਿਹਾ ਕਿ ਜਿਹੜੀ ਕਿ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਤੁਹਾਨੂੰ ਦਿਖਾ ਦਈਏ ਕਿ ਉਸ ਦੀਆਂ ਤਿਆਰੀਆਂ ਵਿੱਚ ਇਹ ਕਿਸਾਨ ਹੈ ਜਿਹੜਾ ਬਠਿੰਡਾ ਤੋਂ ਇੱਥੋਂ ਚੱਲੇ ਹੈਗੇ ਤੇ ਇਹ ਕਿਸਾਨ ਚੱਲੇ ਹੈਗੇ ਬਠਿੰਡਾ ਤੋਂ, ਇਹ ਮੁਜ਼ੱਫਰਨਗਰ ਵਿਖੇ ਪਹੁੰਚਣਗੇ ਜਿੱਥੇ ਕਿ ਵੱਡੀ ਮਹਾ ਰੈਲੀ ਹੋਵੇਗੀ ਅਤੇ ਇਸ ਵਿੱਚ दूर दूर तो किसान आउणगे कि सारे हिंदुस्तान के किसान है जोड़े उत्थे इकट्ठे होणगे क्योंकि जिन्ने भी किसान है इत्थे ज़्यादा इकट्ठे होणगे अते पूरा अपना प्रदर्शन दिखाउणगे कि लगातार बठिंडे तो जिहड़ियां बसां जा रही, पहलां भी बसां गईयां, ये बस होर चल रही हैगी, इस तो बाद होर जा रही, कई बसां जिहड़ियां लगातार इत्थों इकट्ठियां होकर जा रही हैं ਅਤੇ ਕਿਸਾਨਾਂ ਦਾ ਜਿਹੜਾ ਕਿ ਉੱਥੇ ਵੱਡਾ ਇਕੱਠ ਕੀਤਾ ਜਾਊਗਾ। ਆਪਾਂ ਗੱਲ ਕਰਦੇ ਹਾਂ, ਕਿਸਾਨ ਆਗੂ ਸਾਡੇ ਨਾਲ ਜੁੜਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਇੰਨਾ ਇਕੱਠ ਕਰਕੇ ਕਿੱਥੇ ਜਾ ਰਹੇ ਹੋਗੇ? ਕਿਸ ਅਸੀਂ ਜੋ ਸਾਡੇ ਦਿੱਲੀ ਦੇ ਵਿੱਚ 9 ਮਹੀਨਿਆਂ ਤੋਂ ਉੱਪਰ ਹੋ ਗਿਆ ਸਾਡਾ ਮੋਰਚਾ ਜਿਹੜਾ ਕਾਲੇ ਕਾਨੂੰਨਾਂ ਦੇ ਖਿਲਾਫ ਲੱਗਿਆ ਹੋਇਆ, ਉਹ ਮੋਦੀ ਸਰਕਾਰ ਨੇ ਜਿੰਨਾ ਅੜੀ ਵਾਲਾ ਰਵੱਈਆ ਫੜਿਆ ਹੋਇਆ, ਅਸੀਂ ਉਹ ਲਗਾਤਾਰ ਇਹ ਘੋਲ ਉੱਥੇ ਚੱਲਦਾ ਰੱਖ ਰਹੇ ਹਾਂ। ਅਤੇ ਆਉਣ ਵਾਲੇ 2022 ਦੇ ਵਿੱਚ ਜੋ ਯੂਪੀ, ਪੰਜਾਬ ਤੇ ਦੂਜੇ ਸਟੇਟਾਂ ਦੇ ਵਿੱਚ ਚੋਣਾਂ ਹੋ ਰਹੀਆਂ, ਅਸੀਂ ਮੋਦੀ ਸਰਕਾਰ ਨੂੰ ਸਬਕ ਸਿਖਾਉਣ ਖਾਤਰ ਤੇ ਇੱਥੋਂ ਦੀ ਖੱਟਰ ਸਰਕਾਰ ਤੇ ਪੰਜਾਬ ਦੀ ਸਰਕਾਰ ਵੀ ਜੋ ਕਿਸਾਨਾਂ ਤੇ ਤਸ਼ੱਦਦ ਕਰ ਰਹੀ ਹੈ ਲਗਾਤਾਰ, ਸਾਰੀਆਂ ਸਰਕਾਰਾਂ ਇਹ ਰਲੀਆਂ ਮਿਲੀਆਂ। ਇਸ ਕਰਕੇ ਅਸੀਂ ਯੂਪੀ 'ਚ ਭਾਜਪਾ ਦੇ ਮੋਦੀ ਸਰਕਾਰ ਨੂੰ ਸਬਕ ਸਿਖਾਉਣ ਖਾਤਰ ਉੱਥੇ ਵੱਡਾ ਜਿਹੜੀ ਮਹਾ ਪੰਚਾਇਤ ਹੈ ਉਹ ਕਰ ਰਹੇ ਸਾਰੇ ਸਟੇਟਾਂ ਜੀ। ਇੱਥੇ ਸਾਡੇ ਕਿਸਾਨ ਮੋਰਚੇ ਨੇ ਉਹ ਮੁਜ਼ੱਫਰਨਗਰ ਦੇ ਵਿੱਚ ਵੱਡਾ ਇਕੱਠ ਰੱਖਿਆ, ਜਿੱਥੇ ਅਸੀਂ ਵੱਡੀ ਗਿਣਤੀ ਦੇ ਵਿੱਚ 24 ਤਰੀਕ ਨੂੰ ਇੱਥੋਂ ਤੁਰ ਰਹੇ ਹਾਂ ਅਤੇ 25 ਤਰੀਕ ਨੂੰ ਅਸੀਂ 4 ਤਰੀਕ ਨੂੰ ਇੱਥੋਂ ਜਾਵਾਂਗੇ ਅਤੇ 5 ਤਰੀਕ ਨੂੰ ਅਸੀਂ ਮੁਜ਼ੱਫਰਨਗਰ ਦੇ ਵਿੱਚ ਪਹੁੰਚ ਕੇ ਉੱਥੇ ਜਿਹੜਾ ਉਹ ਇਕੱਠ ਕਰਾਂਗੇ ਅਤੇ ਮੋਦੀ ਸਰਕਾਰ ਦੀ ਉਹ ਜਿਹੜੀ ਚੋਣਾਂ ਵਾਲੀ ਮੁਹਿੰਮ ਹੈ ਉਹਨੂੰ ਉਸ ਉੱਥੇ ਡੇਗਣ ਖਾਤਰ ਵੀ ਮੋਦੀ ਸਰਕਾਰ ਮੁੜ ਕੇ ਕਿਸੇ ਸਟੇਟ ਦੇ ਵਿੱਚ ਜਾਂ ਸੈਂਟਰ ਦੇ ਵਿੱਚ ਸਰਕਾਰ ਨਾਲ ਖੜੀ ਕਰ ਸਕੇ ਤੇ ਜਿਹੜੇ ਮੁਲਕ ਦੇ ਵਿੱਚ ਉਹਦਾ ਵਜੂਦ ਖਤਮ ਹੋਵੇ। ਇਹ ਮੁਹਿੰਮ ਅਸੀਂ ਉੱਥੇ ਮੁਜ਼ੱਫਰਨਗਰ ਤੋਂ ਸ਼ੁਰੂ ਕਰਨੀ ਹੈ ਮਹਾ ਪੰਚਾਇਤ ਕਰਕੇ। ਜਿਵੇਂ ਆਪਣੇ ਜਿਹੜੇ ਕਿਸਾਨ ਹੈ 9 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆ, ਪਰ ਜਿਹੜੀ ਬੀਜੇਪੀ ਸਰਕਾਰ ਹੈ ਇਹਦੇ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਲਟਾ ਜਿਹੜੇ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਗਿਆ, ਜਿਵੇਂ ਕਿ ਹਰਿਆਣਾ 'ਚ ਕਨਾਲ 'ਚ ਕੀਤਾ ਗਿਆ, ਇੱਕ ਕਿਸਾਨ ਉੱਥੇ ਸ਼ਹੀਦ ਵੀ ਹੋਇਆਗਾ। ਇਸ ਨੂੰ ਕਿਸ ਤਰ੍ਹਾਂ ਲੈਂਦੇ ਹੋ? ਇਹ ਐਂ ਨਹੀਂ ਵੀ ਮੋਦੀ ਸਰਕਾਰ ਠੀਕ ਆ, ਉਹਨੇ ਚੁੱਪ ਧਾਰੀ ਹੋਈ ਹੈ, ਸ਼ਾਇਦ ਉਹਨੂੰ ਲੱਗਦਾ ਵੀ ਇਹ ਚੁੱਪ ਕਰਕੇ ਮੁੜ ਜਾਣ, ਪਰ ਅੰਦਰੋਂ ਡਰੇ ਹੋਏ ਹੈ। ਉਹਦੇ ਅੰਦਰ ਵੱਡਾ ਮਤਲਬ ਰੌਲਾ ਪਿਆ ਹੋਇਆ ਅਤੇ ਬਖਲਾੜ 'ਚ ਆ ਕੇ ਇਹ ਉਹਨੂੰ ਚੈਨ ਨਹੀਂ ਆ ਰਹੀ, ਜਿਹਦੇ ਕਰਕੇ ਉਹ ਬਖਲਾੜ 'ਚ ਆ ਕੇ ਮਤਲਬ ਸਾਡੇ ਕਿਸਾਨਾਂ ਨੂੰ ਉਕਸਾਉਣ ਖਾਤਰ ਇਹੋ ਜਿਹਾ ਕੁਛ ਵਰਤ ਰਹੇ ਹੈ ਕਿ ਇਹ ਕਿਸਾਨ ਜਿਹੜਾ ਆਪਦੇ ਘੋਲ ਦੀ ਲੀਹ ਤੋਂ ਲੈਣ ਅਤੇ ਕਦੋਂ ਅਸੀਂ ਇਹਨਾਂ 'ਤੇ ਮੁੜ ਕੇ ਜ਼ਬਰ ਕਰੀਏ ਅਤੇ ਇਹ ਘੋਲ ਆ ਜਿਹੜਾ ਕਿਸਾਨਾਂ ਦਾ ਉਹ ਲੀਹ ਤੋਂ ਲੈ ਜੇ। ਇਸ ਕਰਕੇ ਬਖਲਾੜ 'ਚ ਆਈ ਹੋਈ ਹੈ ਅਤੇ ਸਰਕਾਰ ਅੰਦਰੋਂ ਡਰੀ ਹੈ ਅਤੇ ਲਗਾਤਾਰ ਉਹਦੇ 'ਤੇ ਲੋਕਾਂ ਦਾ ਦਬਾਅ ਵੱਧ ਰਿਹਾ। ਸਾਰੇ ਸਟੇਟਾਂ 'ਚ ਸਾਡਾ ਜਿਹੜਾ ਉਹ ਘੋਲ ਵੱਧ ਰਿਹਾ। ਇਸੇ ਕਰਕੇ ਹੀ ਅਸੀਂ ਇਹ ਜਿਹੜਾ ਵੱਡਾ ਇਕੱਠ ਹੈ ਮੁਜ਼ੱਫਰਨਗਰ ਦੇ ਵਿੱਚ ਮਹਾ ਪੰਚਾਇਤ ਕਰ ਰਹੇ ਹਾਂ, ਉਹ ਇਹ ਸਨੇਹੀ ਹੈ ਕਿ ਸਾਰੇ ਮੁਲਕ ਦੇ ਵਿੱਚ ਇਹ ਲਹਿਰ ਫੈਲਾਉਣੀ ਹੈ। ਸਾਡੇ ਨਾਲ ਹੋਰ ਕਿਸਾਨ ਆਗੂ ਵੀ ਜੁੜੇ, ਉਹਨਾਂ ਨਾਲ ਗੱਲ ਕਰਾਂਗੇ। ਜਗਸੀਰ ਜੀ, ਜਿਹੜਾ ਪਿਛਲੇ ਦਿਨੀ ਕਰਨਾਲ ਵਿਖੇ ਲਾਠੀ ਚਾਰਜ ਹੋਇਆ ਸੀਗਾ, SDM ਨੇ ਸਿੱਧਾ ਆਰਡਰ ਦਿੱਤਾ ਸੀਗਾ ਵੀ ਜਿਹੜਾ ਕਿਸਾਨ ਇਦੋਂ ਅੱਗੇ ਜਾਂਦਾ ਉਹਦਾ ਸਿਰ ਪਾੜ ਕੇ ਮੇਰੇ ਕੋਲ ਲਿਆਓ, ਪਰ ਇਸ ਤਰ੍ਹਾਂ ਦਾ ਕੋਈ ਆਰਡਰ ਕਰ ਨਹੀਂ ਸਕਦੇ। ਤੇ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਸਰਕਾਰ ਨੇ ਹਜੇ ਤੱਕ ਉਹਤੇ ਕੋਈ ਐਕਸ਼ਨ ਨਹੀਂ ਲਿਆ, ਸਿਰਫ ਸਸਪੈਂਡ ਕੀਤਾ ਹੈਗਾ? ਉਹ ਜੀ ਜਿਹੜਾ ਉੱਥੇ ਆਰਡਰ ਕੀਤਾ ਕਰਨਾਲ 'ਚ ਨਕੀ SDM ਨੇ, ਉਹ ਜਿਹੜਾ ਖੱਟੜ ਦਾ ਭਰੋਸਾ ਹੋਇਆ ਉੱਥੇ ਲਾਇਆ ਪਿਆ। ਤਾਂ ਜਿਹੜੇ ਨੇ ਮਤਲਬ ਕਹਿਤਾ ਕਿਸਾਨ ਜੇ ਕੋਈ ਅੱਗੇ ਜਾਂਦੇ ਆ ਨਾਕਾ ਭੰਨ ਕੇ ਆਉਂਦੇ ਆ ਦੂਜੇ ਨਾਕੇ ਤੇ ਉਹਨਾਂ ਦੇ ਸਿਰ ਪਾੜ ਦਿਓ, ਲੱਤਾਂ ਬਾਹਾਂ ਤੋੜ ਦਿਓ, ਗਾਂਹ ਜਾਵੇ ਨਾ।
ਅਸੀਂ ਇਹਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਸਖਤ ਨਿੰਦਿਆ ਕਰਦੇ ਹਾਂ। ਤੇ ਜਿਹੜਾ ਇਹਨਾਂ ਨੂੰ ਆਮ ਖੱਟੜ ਨੂੰ ਤੇ ਮੋਦੀ ਨੂੰ ਤੇ ਐਸਡੀਐਮ ਨੂੰ ਜਾਂ ਜਿਹੜੇ ਪੁਲਿਸ ਅਧਿਕਾਰੀਆਂ ਨੇ ਸਾਡੇ ਨਿੱਕੇ ਬਾਪੂਆਂ ਦੇ ਸਿਰ ਪਾੜੇ ਆ ਤੇ ਨਾਲ ਲੱਤਾਂ ਬਾਹਾਂ ਤੋੜੀਆਂ, ਉਹਨਾਂ ਨੂੰ ਆਏ ਆ ਜਿਹੜਾ ਇਹ ਮੋਰਚਾ ਕੁੱਟ ਮਾਰ ਕੇ ਤੇ ਜਿਹੜੇ ਇਹ ਮਗਰ ਹਟ ਜਾਣਗੇ। ਅਸੀਂ ਉਹ ਮੋਦੀ ਤੇ ਖੱਟੜ ਨੂੰ ਦੱਸਣਾ ਚਾਹੁੰਦੇ ਆ, ਹਰੇਕ ਮਿੱਟੀ ਦੀ ਖਾਲਸਤ ਮਤਲਬ ਉਹ ਕੁੱਟਿਆ ਨਹੀਂ ਪੁਰਦੀ ਤਾਂ ਹਰੇਕ ਮੱਥਾ ਪਾਟਿਆ ਝੁਕਦਾ ਨਹੀਂ ਹੁੰਦਾ। ਤਾਂ ਇਹ ਕਿਸਾਨ ਆ ਜਿਹੜੇ ਕੁੱਟ ਮਾਰ ਕੇ ਜਿਹੜਾ ਮੋਰਚੇ ਨੂੰ ਹਿਲਾਉਣ ਨੂੰ ਫਿਰਦੇ ਆ, ਨੌਜਵਾਨ ਭੜਕਾਟ ਚ ਆ ਜਾਣਗੇ ਤਾਂ ਜਿਹੜਾ ਇਹ ਕੁੱਟਮਾਰ ਕਰਨਗੇ, ਦੰਗੇ ਭੜਕਣਗੇ। ਸਾਡਾ ਜਿਹੜਾ ਸੰਯੁਕਤ ਮੋਰਚੇ ਕਨੂੰ ਸੱਦਾ ਜਾਂ ਕਿਸਾਨ ਯੂਨੀਅਨ ਭਗਤੀ ਏਕਤਾ ਗਰਾਹਾਂ ਕਨੂੰ ਅਸੀਂ ਕਹਿੰਦੇ ਆ, ਸਾਨੂੰ ਜਿੰਨਾ ਮਰਜ਼ੀ ਕੁੱਟ ਲੈਣਾ, ਜਿੰਨੇ ਮਰਜ਼ੀ ਡੰਡੇ ਮਾਰ ਲੈਣਾ, ਅਸੀਂ ਜਿਹੜਾ ਖੇਤੀ ਦੇ ਕਾਲੇ ਕਾਨੂੰਨ ਜ਼ਿੰਦਗੀ ਰੱਦ ਕਰਾਉਣੇ ਆ, ਸ਼ਾਂਤਮਈ ਰਹਿ ਕੇ ਕਰਾਉਣੇ ਆ। ਪਹਿਲਾਂ ਵੀ ਬੀਜੇਪੀ ਨੇ ਇਹ ਕੁੱਟਮਾਰ ਵਾਲਾ ਪਤਾ ਨਹੀਂ, ਪਹਿਲਾਂ ਉੱਥੇ ਟੈਂਟਾਂ ਨੂੰ ਅੱਗ ਲਵਾਈ ਆ ਤਾਂ ਹੋਰ ਵੀ ਕੇ ਲਗਾਤਾਰ ਉਹ ਆਪਦੇ ਪੱਤੇ ਖੇਡਦੀ ਆ ਰਹੀ ਆ ਤੇ ਜਿੰਨੇ ਵੀ ਪੱਤੇ ਬੀਜੇਪੀ ਨੇ ਖੇਡੇ ਸਾਰੇ ਕੁੱਟੇ ਆ ਕਿਸਾਨ ਜਥੇਬੰਦੀਆਂ ਨੇ। ਹੁਣ ਜਿਵੇਂ ਦੇਖਣ 'ਚ ਆਇਆ ਵੀ ਕਨਾਲ ਵਿਖੇ ਵੀ ਲਾਠੀਚਾਰਜ ਹੋਇਆ, ਉਧਰ ਪੰਜਾਬ 'ਚ ਵੀ ਪਿਛਲੇ ਦਿਨੀ ਮੋਗਾ ਵਿਖੇ ਹੋਇਆ ਹੈਗਾ। ਇਹ ਦੇਖ ਨਹੀਂ ਰਿਹਾ ਵੀ ਕਿਸ ਤਰ੍ਹਾਂ ਸਰਕਾਰਾਂ ਸਾਰੀਆਂ ਇੱਕੋ ਹੀ ਹੈਗੀਆਂ ਵੀ ਕਿਸਾਨਾਂ ਤੇ ਉੱਤੇ ਲਾਠੀਚਾਰਜ ਕਰ ਰਹੀਆਂ ਹੈਗੀਆਂ। ਸਰਕਾਰ ਭਲਾ ਖੱਟੜ ਦੀ ਹੋਵੇ, ਬੀਜੇਪੀ ਦੀ ਹੋਵੇ, ਭਲਾ ਦੀ ਕੈਪਟਨ ਦੀ ਹੋਵੇ, ਇਹਨਾਂ ਨੇ ਹਰੇਕ ਨੇ ਕਿਸਾਨਾਂ ਤੇ ਤਸ਼ੱਦਦ ਕਰਨਾ ਹੁੰਦਾ। ਜਦੋਂ ਵੀ ਕੋਈ ਲਹਿਰ ਉੱਠਦੀ ਆ ਉਹਨੂੰ ਕੁੱਟ ਕੇ ਦਬਾਉਣਾ ਚਾਹੁੰਦੇ ਹੁੰਦੇ ਆ ਤੇ ਇਹ ਲਹਿਰਾਂ ਦਬਦੀਆਂ ਦੂਦੀਆਂ ਨਹੀਂ। ਤੇ ਖੱਟੜ ਤੇ ਮੋਦੀ ਕੇ ਕੈਪਟਨ 'ਚ ਕੋਈ ਫਰਕ ਨਹੀਂ ਤੇ ਨਾ ਹੀ ਬਾਦਲਾਂ 'ਚ ਫਰਕ ਆ। ਤਾਂ ਜਿਹੜਾ ਸੁਖਬੀਰ ਲਗਾਤਾਰ ਇਹ ਘੋਲ ਨੂੰ ਖਿਡਾਉਣ ਖਾਤਰ ਨਕੀਆ 100 ਦਿਨ ਦੀ ਕਹਿੰਦਾ ਮੈਂ ਰੈਲੀ ਕੱਢ ਰਿਹਾ, ਇਹ ਸਾਰੇ ਕਿਸਾਨ ਜਥੇਬੰਦੀਆਂ ਨੇ ਸਮਝ ਲਈ, ਨੌਜਵਾਨਾਂ ਨੇ ਸਮਝ ਲਈ। ਜਿਹੜਾ ਸਾਡਾ ਘੋਲ ਆ ਇਹ ਲੀਹੋ ਲਾਉਣ ਨੂੰ ਫਿਰਦੇ ਆ, ਭਲਾ ਕਾਲੀ ਹੁਣ ਕਾਂਗਰਸੀ ਹੁਣ ਤੇ ਖੱਟੜ ਹੋਵੇ। ਤਾਂ ਕਰਕੇ ਇਹ ਨੌਜਵਾਨਾਂ ਭੜਕਣ ਵਾਲੇ ਨਹੀਂ ਤੇ ਨਾ ਹੀ ਕੋਈ ਅਸੀਂ ਤਾਂ ਬਲਬ ਨਹੀਂ ਬਣਦੇ, ਅਸੀਂ ਤਾਂ ਮੁਲਾਜ਼ਮਾਂ ਦੇ ਗਲ ਕੀ ਪੈਣਾ, ਜਿੰਨਾ ਮਰਜ਼ੀ ਕੁੱਟ ਲੈਣਾ। ਇਹ ਅੰਨਦਾਤਾ ਗਾ ਜਿਹੜਾ ਮਤਲਬ ਇਹ ਸਾਡੇ ਧੀਆਂ ਪੁੱਤਾਂ ਘਰਾਂ ਦੇ ਜਿੰਨਾ ਮਰਜ਼ੀ ਕੁੱਟ ਲੈਣਾ, ਅਸੀਂ ਇਹਨਾਂ ਨੂੰ ਫਿਰ ਵੀ ਨਹੀਂ ਬੁਰਾ ਭਲਾ ਕਹਿੰਦੇ। ਅਸੀਂ ਤਾਂ ਕਹਿੰਦੇ ਆ ਸਾਡਾ ਸਬਰ ਨਾ ਪਰਖੋ। ਸਾਡੇ ਬਾਪੂਆਂ ਨੂੰ 9 ਮਹੀਨਿਆਂ ਤੋਂ ਜ਼ਿਆਦਾ ਹੋ ਗਏ, ਪਹਿਲਾਂ ਠੰਡ 'ਚ ਫਿਰ ਗਰਮੀ 'ਚ। ਸਾਡਾ ਤਾਂ ਕੁਦਰਤ ਨੇ ਵੀ ਨਗੇ ਪਰਖ ਕੀਤੀ ਆ ਤੇ 600 ਕਿਸਾਨ ਉੱਥੇ ਜਿਹੜਾ ਸ਼ਹੀਦ ਹੋ ਗਿਆ। ਜਿਹੜਾ 18 ਸਾਲ ਦੇ, ਕੋਈ 16 ਸਾਲ ਦਾ ਸੀ, ਕੋਈ 40 ਸਾਲ ਦਾ ਸੀ, ਜਿਨ੍ਹਾਂ ਧੀਆਂ ਦੇ ਸੁਹਾਗ ਚਲੇ ਗਏ, ਜਿਨ੍ਹਾਂ ਦੇ ਭਰਾ ਚਲੇ ਗਏ, ਜਿਨ੍ਹਾਂ ਮਾਵਾਂ ਦੇ ਪੁੱਤ ਚਲੇ ਗਏ, ਅਸੀਂ ਫਿਰ ਵੀ ਨਹੀਂ ਡੋਲੇ। ਇਹ ਜਿਹੜਾ ਮੋਰਚਾ ਨਹੀਂ ਹਿਲਣ ਦਿੱਤਾ ਤੇ ਨਾ ਹੀ ਇਹ ਮੋਰਚਾ ਜਿਹੜਾ ਭੜਕਾਟ ਚ ਆਊਗਾ, ਸ਼ਾਂਤਮਈ ਰਹਿ ਕੇ ਸ਼ਕਤੀ ਪ੍ਰਦਰਸ਼ਨ ਆਪਦਾ ਕਰਾਂਗੇ। ਜਿਵੇਂ ਕਨਾਲ 'ਚ ਲਾਠੀਚਾਰਜ ਹੋਇਆ ਸੀਗਾ, ਕੁਝ ਜਿਹੜੇ ਵੀ ਕਿਸਾਨਾਂ ਦੀ ਹਮਾਇਤ ਦੇ ਲੋਕ ਉਹਨਾਂ ਨੇ ਹਾਈ ਕੋਰਟ 'ਚ ਰਿਟ ਪਾਤੀ ਸੀਗੀ ਵੀ ਜਿਹੜਾ ਇਹਨੇ ਆਰਡਰ ਦਿੱਤਾ ਹੈਗਾ ਵੀ ਇਹ ਗਲਤ ਦਿੱਤਾ, ਇਸ ਤਰ੍ਹਾਂ ਦਾ ਆਰਡਰ ਨਹੀਂ ਦੇ ਸਕਦੇ। ਹਾਈ ਕੋਰਟ ਨੇ ਵੀ ਉਹਨਾਂ ਨੂੰ ਖਿੱਚਿਆ, ਜਿਹੜੀ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈਗਾ ਵੀ ਇਹਦਾ ਜਵਾਬ ਦਿਓ ਵੀ ਕਿਉਂ ਲਾਠੀਚਾਰਜ ਹੋਇਆ ਇਸ ਤਰ੍ਹਾਂ ਦਾ। ਇਹ ਜੀ ਨਗਿਆ ਜਿਹੜਾ ਨਗਿਆ ਵਕੀਲਾਂ ਨੇ ਸਾਡਾ ਵੱਡੀ ਪੱਧਰ ਤੇ ਸਾਥ ਦਿੱਤਾ। ਹਾਈ ਕੋਰਟ ਨੇ, ਕਿਸਾਨਾਂ ਨੇ ਵੀ ਰਿਟ ਪਾਈ ਆ, ਵਕੀਲ ਵੀ ਸਾਡੇ ਨਾਲ ਖੜੇ ਆ। ਜਦੋਂ ਵੀ ਅੰਦੋਲਨ ਚੱਲਿਆ ਗਿਆ ਸੰਯੋਗ ਦਿੱਤਾ, ਸਾਡੇ ਕਾਫਲਿਆਂ 'ਚ ਵੀ ਗਏ ਆ। ਉਹਨਾਂ ਨੇ ਰਿਟ ਪਾ ਕੇ ਇਹਨਾਂ ਤੋਂ ਜਿਹੜਾ ਖੱਟੜ ਸਰਕਾਰ ਤੇ ਮੋਦੀ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਜਥੇਬੰਦੀਆਂ ਨੇ, ਸੰਯੁਕਤ ਮੋਰਚੇ ਨੇ ਇਨਸਾਫ ਦੀ ਮੰਗ ਕੀਤੀ ਹੈ। ਸਾਨੂੰ ਪਤਾ ਜਿਹੜੇ ਕੋਰਟ ਆ ਤੇ ਉਹਨਾਂ ਦੇ ਸਾਰੇ ਦੀ ਗੱਲ ਨਹੀਂ, ਜਿਹੜਾ ਵੀ ਜਿਵੇਂ ਵੀ ਕੋਈ ਮੋਦੀ ਕਹਿੰਦਾ ਹੈਗਾ ਉਵੇਂ ਫੈਸਲੇ ਕਰਦੇ ਆ। ਤਾਂ ਕਰਕੇ ਸਾਨੂੰ ਬਾਹਲੀ ਉਹਨਾਂ ਤੋਂ ਉਮੀਦ ਨਹੀਂ। ਤੇ ਨਾਲ ਜਿਹੜੇ ਵਕੀਲ ਭਾਈਚਾਰਾ ਨੇ ਉਹਨਾਂ ਤੋਂ ਸਾਨੂੰ ਜ਼ਰੂਰ ਉਮੀਦ ਆ, ਉਹ ਸਾਡੇ ਨਾਲ ਖੜੇ ਸੰਯੁਕਤ ਮੋਰਚੇ ਦੇ। ਜਦੋਂ ਵੀ ਕੋਈ ਜ਼ਬਰ ਹੁੰਦਾ ਗਾ ਤੇ ਜ਼ਬਰ ਦੇ ਵਿਰੁੱਧ ਆਵਾਜ਼ ਕਿਸਾਨ ਵੀ ਚੱਕਦੇ ਆ ਤੇ ਵਕੀਲ ਭਾਈਚਾਰਾ ਵੀ ਚੱਕਦਾ ਗਾ ਤੇ ਬੁੱਧੀਜੀਵੀ ਵੀ ਚੱਕਦੇ ਆ। ਤੇ ਜਦੋਂ ਇਹ ਆਵਾਜ਼ ਚੱਕਦੇ ਆ ਬੁੱਧੀਜੀਵੀ, ਉਹਨਾਂ ਨੂੰ ਜੇਲ੍ਹਾਂ ਟੱਕਿਆ ਜਾਂਦਾ, ਕਿਸਾਨਾਂ ਤੇ ਪਰਚੇ ਰਨ ਗਿਆ, ਨਾਲ ਤਾਂ ਸਾਡੇ ਸਿਰ ਪਾੜ ਤੇ ਲੱਤਾਂ ਬਾਹਾਂ ਤੋੜਤੀਆਂ ਤੇ ਫਿਰ ਵੀ ਸਾਡੇ ਤੇ ਪਰਚੇ ਕਰਿਆ ਉਹਨਾਂ ਨੇ। ਹੁਣ ਜਿਵੇਂ ਤੁਸੀਂ ਮੁਜ਼ੱਫਰ ਨਗਰ ਜਾ ਰਹੇ ਹੋਗੇ, ਉੱਥੇ ਕਿੰਨਾ ਕੁ ਇਕੱਠ ਦਿਖਾਓਗੇ, ਕਿੰਨਾ ਕੁ ਇਕੱਠ ਹੋ ਸਕਦਾ ਆਪਣੇ ਕਿਸਾਨਾਂ ਦਾ? ਉਹ ਜੀ ਗਿਣਤੀ ਤੋਂ ਬਾਹਰ ਆ ਜੀ। ਨਾ ਤਾਂ ਦੁਨੀਆ ਦੇ ਇਤਿਹਾਸ 'ਚ ਇੰਨਾ ਇਕੱਠ ਹੋਣਾ ਤੇ ਨਾ ਹੋਣਾ ਜੀ। ਇਹ ਦੁਨੀਆ ਦਾ ਇਤਿਹਾਸ ਰਚ ਕੇ ਆਉਣਾ ਗਾ। ਜਿਹੜਾ ਕਿਸਾਨ ਜਾ ਰਹੇ ਆ, 22 ਸਟੇਜਾਂ ਦਾ ਇਕੱਠ ਆ ਉੱਥੇ। ਤੇ ਜਿਹੜਾ ਘੱਟੋ ਘੱਟ 150-200 ਬੱਸ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦੀ ਨਗੀਆ ਪੰਜਾਬ 'ਚ ਹੀ ਜਾ ਰਹੀ ਆ। ਤੇ ਦੂਜੀਆਂ ਜਥੇਬੰਦੀਆਂ ਵੀ ਵੱਖ-ਵੱਖ, ਕੋਈ ਟ੍ਰੇਨਾਂ ਰਾਹੀਂ, ਕੋਈ ਬੱਸਾਂ ਰਾਹੀਂ ਬਹੁਤ ਵੱਡਾ ਸ਼ਕਤੀ ਪ੍ਰਦਰਸ਼ਨ ਹੋਣਾ। ਇਹ ਮੋਦੀ ਨੂੰ ਇਹ ਦੁਨੀਆ 'ਚ ਜਿਹੜਾ ਇਹਦਾ ਕਾਨੂੰਨ ਪਾਸ ਗਿਆ, ਮੈਂ ਉਹ ਨੰਗੇ ਵਾਪਸ ਨਹੀਂ ਲੈਂਦਾ, ਉਹਨੂੰ ਇਹ ਇਕੱਠ ਵੇਖ ਕੇ ਮਜਬੂਰ ਹੋ ਕੇ ਇਹ ਵਾਪਸ ਲੈਣੇ ਪੈਣਗੇ। ਇਹ ਸਨ ਕਿਸਾਨ ਆਗੂ ਜਿਨ੍ਹਾਂ ਦਾ ਕਹਿਣਾ ਗਾ ਕਿ ਉੱਥੇ ਅਣਗਿਣਤ ਲੋਕ, ਅਣਗਿਣਤ ਜਿਹੜੇ ਕਿਸਾਨ ਇਕੱਠੇ ਹੋਣਗੇ ਅਤੇ ਮੋਦੀ ਸਰਕਾਰ ਨੂੰ ਇਹ ਦਿਖਾਉਣਗੇ ਵੀ ਕਿੰਨੇ ਕਿਸਾਨ, ਕਿੰਨੇ ਦੇਸ਼ ਵਾਸੀ ਇਹ ਕਾਲੇ ਕਾਨੂੰਨਾਂ ਦੇ ਖਿਲਾਫ ਹੈ। ਮਜਬੂਰ ਹੋ ਕੇ ਉਸ ਨੂੰ ਇਹ ਜਿਹੜੇ ਕਾਨੂੰਨ ਹੈ ਇਹ ਰੱਦ ਕਰਨੇ ਹੀ ਪੈਣਗੇ। ਜਸਪਾਲ ਕੌਰ ਜੀ, ਜਿੱਥੇ ਚੋਣਾਂ ਹੋਣੀਆਂ ਯੂਪੀ 'ਚ ਜਾ ਰਹੇ ਆ, ਵਿਰੋਧ ਕਰ ਰਹੇ ਆ ਅਸੀਂ।
ਜਿਹੜੇ ਸਾਡੇ ਤੇ ਕਾਲੇ ਕਾਨੂੰਨ ਇਹਨਾਂ ਨੇ ਸਿੱਟੇ ਹੋਏ ਆ, ਸਾਡੇ ਗਾਂ ਬੱਚੇ ਸਾਨੂੰ ਪੁੱਛਣਗੇ ਵੀ ਤੁਸੀਂ ਉਦੋਂ ਕੀ ਕਰਦੇ ਸੀ, ਘਰਾਂ 'ਚ ਬਹਿ ਕੇ ਕਿਉਂ ਰਹੇ ਸੀ। ਸਾਡੀਆਂ ਜਾਨਾਂ ਲੱਗ ਜਾਣ, ਅਸੀਂ ਜਾਨਾਂ ਵੀ ਲਾ ਦਿਆਂਗੇ ਆਪਦੇ ਧੀਆਂ ਪੁੱਤਾਂ ਖਾਤਰ, ਆਪਦੀਆਂ ਜਾਇਦਾਦਾਂ ਖਾਤਰ। ਰੱਦ ਕਰੂਗੀ ਸ਼ਹਿਰ ਕੇ ਕਰ ਦੂਗੀ। ਹਾਂਜੀ, ਹੋ ਲੋਕਾਂ ਨੂੰ ਸੁਣਾਈ ਕਰਨ ਵਾਸਤੇ ਵੀ ਇਹ ਸਰਕਾਰਾਂ ਗਲਤ ਹੈ, ਆਪਾਂ ਨੂੰ ਪੁੰਜੇ ਲਾ ਰਹੀਆਂ ਹੈਗੀਆਂ, ਆਪਾਂ ਡਟ ਕੇ ਇਹਨਾਂ ਦਾ ਰੋਸ ਕਰੋ। ਮੇਰਾ ਨਾਮ ਜੀ ਬਿਕਰਮਜੀਤ ਸਿੰਘ, ਪਿੰਡ ਭੋਖੜਾ। ਕਿੱਥੇ ਜਾ ਰਹੇ ਹੋ ਤੁਸੀਂ ਬੱਸ? ਅਸੀਂ ਅੱਜ ਬੱਸ ਭਰ ਕੇ ਜੀ ਮੁਜ਼ੱਫਰਨਗਰ ਨੂੰ ਰਵਾਨਾ ਹੋਏ ਆਂਗੇ। ਜਿਹੜੀ 5 ਤਰੀਕ ਨੂੰ ਆਪਣੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਦਿੱਤੀ ਗਈ ਸੀ, ਜਿਹੜੀ ਮਹਾ ਪੰਚਾਇਤ ਹੋਣੀ ਆ ਕੱਲ ਨੂੰ ਯੂਪੀ ਦੇ ਵਿੱਚ ਮੁਜ਼ੱਫਰਨਗਰ, ਉਸ ਲਈ ਅਸੀਂ ਰਵਾਨਾ ਹੋ ਰਹੇ ਹਾਂ। ਉੱਥੇ ਹੀ ਬੱਸਾਂ ਭਰ ਜਾ ਰਹੇ ਹਾਂ ਜੀ। ਕੀ ਕਾਰਨ ਵੀ ਇਹ ਜਿਹੜਾ ਉੱਥੇ ਇੱਕ ਵੱਡਾ ਕੱਟ ਕੀਤਾ ਜਾ ਰਿਹਾ, ਕਿਉਂ ਕਰ ਕੀਤਾ ਜਾ ਰਿਹਾ ਕਿ ਇਲੈਕਸ਼ਨ ਇਹ ਜੀ ਹੁਣ ਤੁਸੀਂ ਦੇ ਮੋਦੀ ਮੰਨ ਨਹੀਂ ਰਿਹਾ, ਤਾਂ ਕਰਕੇ ਹੁਣ ਜਿਵੇਂ ਪੰਜਾਬ ਦੇ ਵਿੱਚ ਵੜਨ ਨਹੀਂ ਦਿੰਦੇ ਆਪਣੇ ਯੂਪੀ ਬੀਜੇਪੀ ਦੇ ਲੀਡਰਾਂ ਨੂੰ, ਨਾ ਹਰਿਆਣੇ 'ਚ ਵੜਨ ਦਿੰਦੇ, ਉਸੇ ਤਰ੍ਹਾਂ ਯੂਪੀ ਦੇ ਕਿਸਾਨਾਂ ਨੂੰ ਵੀ ਜਗਾਉਣਾ ਜਾ ਕੇ ਅਸੀਂ। ਜਦੋਂ ਉੱਥੇ 22 ਸਟੇਟਾਂ ਦਾ ਇੰਨਾ ਵੱਡਾ ਇਕੱਠ ਹੋਊ ਕਿਸਾਨਾਂ ਦਾ, ਮੋਦੀ ਦੀਆਂ ਵੀ ਮੁਸ਼ਕਲਾਂ ਵਧਣਗੀਆਂ, ਜੋਗੀ ਦੀਆਂ ਵੀ ਮੁਸ਼ਕਲਾਂ ਵਧਣਗੀਆਂ ਆਈਆਂ, ਉੱਥੋਂ ਦੇ ਕਿਸਾਨਾਂ 'ਚ ਵੀ ਚੇਤਨਾ ਆਊਗੀ, ਜਾਗਰੂਕਤਾ ਆਊਗੀ ਇੰਨਾ ਇਕੱਠ ਦੇਖ ਕੇ। ਇਸ ਲਈ ਅਸੀਂ ਉੱਥੋਂ ਦੇ ਕਿਸਾਨਾਂ ਨੂੰ ਜਗਾਉਣ ਵਾਸਤੇ, ਬੀਜੇਪੀ ਦੀਆਂ ਮੁਸ਼ਕਲਾਂ ਵਧਾਉਣ ਵਾਸਤੇ ਉੱਥੇ ਚੱਲੇ ਹਾਂ। ਆਪਣੇ ਪੰਜਾਬ 'ਚ ਵੀ ਚੋਣਾਂ ਹੋ ਰਹੀਆਂ, ਉੱਥੇ ਵੀ ਹੋ ਰਹੀਆਂ, ਉੱਥੇ ਵੀ ਹੋ ਰਹੇ ਵਿਰੋਧ ਕਰਨ ਵਾਸਤੇ। ਹਾਂਜੀ ਹਾਂ, ਉੱਥੇ ਬੀਜੇਪੀ ਦਾ ਵਿਰੋਧ, ਹੁਣ ਜਿਵੇਂ ਉੱਤਰ ਪੱਛਮੀ ਯੂਪੀ ਆ, ਉਧਰ ਤਾਂ ਪੂਰਾ ਵਿਰੋਧ ਹੀ ਆ ਬੀਜੇਪੀ ਦਾ। ਜਿਹੜੀ ਪਰਲੀ ਸਾਈਡ ਬਿਹਾਰ ਵਾਲੀ ਜਾਂ ਝਾਰਖੰਡ ਵਾਲੀ ਸਾਈਡ ਰਹਿੰਦੀ ਹੈ ਯੂਪੀ, ਉਧਰ ਥੋੜਾ ਜਿਹਾ ਘੱਟ ਆ। ਉਹਨਾਂ ਨੂੰ ਲੋਕਾਂ ਨੂੰ ਜਗਾਉਣ ਵਾਸਤੇ ਅਸੀਂ ਉੱਥੇ ਐਡਾ ਵੱਡਾ ਇਕੱਠ ਕਰ ਰਹੇ ਹਾਂ। ਕੱਲ ਨੂੰ ਉੱਥੇ ਇਤਿਹਾਸਕ ਇਕੱਠ ਹੋਣਾ, ਨਾ ਤਾਂ ਇੰਨਾ ਇਕੱਠ ਕਦੇ ਪਹਿਲਾਂ ਹੋਇਆ ਤੇ ਨਾ ਹੀ ਅੱਗੇ ਐਡਾ ਇਕੱਠ ਹੋਣਾ ਜਿੰਨਾ ਐਡਾ ਵੱਡਾ ਕੱਲ ਨੂੰ ਇਕੱਠ ਆ ਮੁਜ਼ੱਫਰਪੁਰ ਦੇ ਵਿੱਚ। ਬਠਿੰਡਾ ਤੋਂ ਅਜੀਤ ਟੀਵੀ ਲਈ ਨਾਇਬ ਸਿੰਘ ਸਿੱਧੂ ਦੀ ਰਿਪੋਰਟ।